हाँ जी राजे, BSc पार्ट 1 नॉन मैडिकल ਅਤੇ BA1 मैथमैटिक्स के स्टूडेंट्स ਆਪਾਂ ਨੇ अलजबरा एंड ट्रिग्नोमैट्री ਦੀ ਬੁੱਕ ਦਾ ਵੈਕਟਰ ਸਪੇਸ ਦਾ ਚੈਪਟਰ ਸਟਾਰਟ ਕੀਤਾ ਹੋਇਆ ਸੀ। ਕੱਲ ਆਪਾਂ ਨੇ ਫਸਟ ਲੈਕਚਰ ਲਗਾਇਆ ਸੀ, ਇਹਦੇ ਉੱਪਰ n ਵੈਕਟਰ ਕੀ ਹੁੰਦਾ, ਕਿਸ ਤਰ੍ਹਾਂ ਨਾਲ ਰਾਈਟ ਕਰਦੇ ਆ, ਇਹ ਪੜਿਆ ਸੀਗਾ। ਲੀਨੀਅਰ ਕੰਬੀਨੇਸ਼ਨ ਕੀ ਹੁੰਦਾ, ਲੀਨੀਅਰ ਇੰਡੀਪੈਂਡੈਂਟ ਕੰਬੀਨੇਸ਼ਨ, ਲੀਨੀਅਰ ਡਿਪੈਂਡੈਂਟ ਕੰਬੀਨੇਸ਼ਨ ਕੀ ਹੁੰਦਾ, ਕਿਸ ਤਰ੍ਹਾਂ ਨਾਲ ਆਪਾਂ ਲੀਨੀਅਰ ਕੰਬੀਨੇਸ਼ਨ ਦੇ ਵਿੱਚ ਵੈਕਟਰਸ ਨੂੰ ਰਾਈਟ ਕਰਦੇ ਆ, ਕਿਸ ਤਰ੍ਹਾਂ ਨਾਲ v ਵੈਕਟਰ ਨੂੰ ਕੁਝ ਵੈਕਟਰਸ ਦੇ ਲੀਨੀਅਰ ਕੰਬੀਨੇਸ਼ਨ ਦੇ ਵਿੱਚ ਰਾਈਟ ਕਰਦੇ ਆ, ਇਹ ਸਿੱਖਿਆ ਸੀ। ਕਿਸ ਤਰ੍ਹਾਂ ਨਾਲ v ਵੈਕਟਰ ਨੂੰ ਕੁਝ ਵੈਕਟਰਸ ਦੇ ਲੀਨੀਅਰ ਕੰਬੀਨੇਸ਼ਨ ਦੇ ਵਿੱਚ ਰਾਈਟ ਕਰਨਾ ਪ੍ਰੂਵ ਕਰਦੇ ਆ, ਇਹ ਸਿੱਖਿਆ ਸੀ। ਕਿਸ ਤਰੀਕੇ ਨਾਲ v ਵੈਕਟਰ ਨੂੰ ਕੁਝ ਵੈਕਟਰਸ ਦੇ ਲੀਨੀਅਰ ਕੰਬੀਨੇਸ਼ਨ ਦੇ ਵਿੱਚ ਐਗਜ਼ਾਮਿਨ ਕਰਨਾ ਸਿੱਖਿਆ ਸੀਗਾ। ਕਿਸ ਤਰੀਕੇ ਨਾਲ ਕੁਝ ਵੈਕਟਰਸ ਨੂੰ ਲੀਨੀਅਰ ਇੰਡੀਪੈਂਡੈਂਟ ਜਾਂ ਲੀਨੀਅਰ ਡਿਪੈਂਡੈਂਟ ਕੰਬੀਨੇਸ਼ਨ ਸ਼ੋਅ ਕਰਨਾ ਜਾਂ ਐਗਜ਼ਾਮਿਨ ਕਰਨਾ, ਇਹ ਸਿੱਖਿਆ ਸੀ। ਅੱਜ ਆਪਾਂ ਉਸ ਤੋਂ ਨੈਕਸਟ ਕੰਮ ਸਟਾਰਟ ਕਰਦੇ ਹਾਂ ਅੱਗੇ। ਪਹਿਲਾਂ ਥਿਊਰੀ ਪੜ੍ਹਦੇ ਹਾਂ ਇਹਦੀ। मैं ਇਹਦੇ ਬਾਰੇ ਦੁਬਾਰਾ ਦੱਸ ਦੇਣਾ। ਵੈਸੇ ਕੱਲ ਦੀ ਕਲਾਸ ਦੇ ਵਿੱਚ ਆਪਾਂ ਨੇ ਪੜ੍ਹਿਆ ਸੀਗਾ ਟਾਈਪ 3 ਕੀ ਸੀ, when we have to check given vectors are linearly dependent or independent. So same as type 2 we have to take v1 ਤੋਂ ਲੈ ਕੇ vn ਤੱਕ ਜਿਹੜੇ ਵੀ ਵੈਕਟਰਸ ਨੇ ਉਹਨਾਂ ਦਾ ਲੀਨੀਅਰ ਕੰਬੀਨੇਸ਼ਨ ਰਾਈਟ ਸਾਈਡ ਤੇ 0 ਵੈਕਟਰਸ ਰੱਖ ਲੈਣਾ। ਅਲਫਾ 1 ਤੋਂ ਲੈ ਕੇ ਅਲਫਾ n ਤੱਕ ਜਿਹੜੇ ਵੈਕਟਰਸ ਨੇ, ਜੇ ਤਾਂ ਉਹ ਸਾਰੇ ਦੇ ਸਾਰੇ ਨਾਟ ਆਲ 0 ਆ ਗਏ, ਫਿਰ ਆਪਣੇ ਜਿਹੜੇ ਵੈਕਟਰ ਸੀਗੇ ਉਹ ਲੀਨੀਅਰਲੀ ਡਿਪੈਂਡੈਂਟ ਨੇਗੇ। ਜੇ ਅਲਫਾ 1 ਤੋਂ ਲੈ ਕੇ ਅਲਫਾ n ਤੱਕ ਸਾਰੇ ਵੈਕਟਰ 0 ਆ ਗਏ ਤਾਂ ਵੈਕਟਰਸ ਕੀ ਸੀਗੇ, ਲੀਨੀਅਰਲੀ ਇੰਡੀਪੈਂਡੈਂਟ। ਇਹਦਾ ਇੱਕ ਦੂਜਾ ਮੈਥਡ ਵੀ ਸੀ ਟਾਈਪ 4 ਦੇ ਵਿੱਚ ਕੀ ਸੀ, when we have to check row space of given matrices are equal or not। ਹੁਣ ਇਹ ਤੋਂ ਬਾਅਦ ਅੱਜ ਦਾ ਟੌਪਿਕ ਆ ਗਿਆ ਰੋ ਸਪੇਸ। ਧਿਆਨ ਨਾਲ ਸਮਝੋ, ਅੱਜ ਦਾ ਟੌਪਿਕ ਸਟਾਰਟ ਹੋ ਰਿਹਾ ਜਦੋਂ ਕੁਝ ਵੈਕਟਰਸ ਦੀ ਜਾਂ ਜਦੋਂ ਕਿਸੇ ਮੈਟ੍ਰਿਸਿਸ ਦੀ, ਕੁਝ ਮੈਟ੍ਰਿਸਿਸ ਦੀ ਰੋ ਸਪੇਸ ਚੈੱਕ ਕਰਨੀ ਹੈ ਇਕੁਅਲ ਹੈ ਜਾਂ ਨਾ। ਅੱਜ ਦਾ ਟੌਪਿਕ ਸਟਾਰਟ ਹੋਣ ਜਾ ਰਿਹਾ। ਹਾਂ ਵੀ ਕੀ ਕਰ ਰਿਹਾ ਤੂੰ? ਹੈਲੋ, ਤੇਰਾ ਧਿਆਨ ਕਿੱਥੇ ਆ? ਇਹਦਾ ਤੇਰੇ ਨਾਲ ਦੇ ਦਾ ਧਿਆਨ ਕਿੱਥੇ ਤੇਰਾ? ਫੋਨ ਤੇ ਆ, ਬੁੱਕ ਤੇ ਆ? ਬੁੱਕ ਤੇ ਆ ਹੈ? ਕਾਪੀ ਤੇ ਕੀ ਆ? ਕੋਈ ਸ਼ੇਰ ਲਿਖਿਆ, ਕਵਿਤਾ ਲਿਖੀ ਹੋਈ ਆ? ਬੰਦ ਕਰ ਦੇ ਕਾਪੀ ਨੂੰ। ਜਦੋਂ ਕੁਝ ਮੈਟ੍ਰਿਸਿਸ ਦੀ ਰੋ ਸਪੇਸ ਆਪਾਂ ਨੇ ਬਰਾਬਰ ਦੇਖਣੀ ਆ ਜਾਂ ਚੈੱਕ ਕਰਨੀ ਆ ਤਾਂ ਕੀ ਕੰਮ ਕਰਨਾ? ਧਿਆਨ ਨਾਲ ਸੁਣੋ ਮੈਂ ਕੀ ਕਹਿ ਰਿਹਾ। ਰੋ ਸਪੇਸ, then we have to follow the rank method with the help of elementary row transformation on given matrices। ਜਿਹੜੀਆਂ ਵੀ 2 ਜਾਂ 3 ਮੈਟ੍ਰਿਕਸ ਦੇਤੀਆਂ ਤੁਹਾਨੂੰ, ਤੁਸੀਂ ਕੱਲੀ ਮੈਟ੍ਰਿਕਸ ਤੇ ਰੈਂਕ ਮੈਥਡ ਫੋਲੋ ਕਰਨਾ। ਰੈਂਕ ਮੈਥਡ ਕਿਹੜਾ ਸੀਗਾ? ਪਹਿਲੀ ਰੋ ਦਾ ਪਹਿਲਾ ਐਲੀਮੈਂਟ, ਫਸਟ ਡਾਇਗਨਲ ਐਲੀਮੈਂਟ ਨੋਨ ਜ਼ੀਰੋ ਬਣ ਦੇਖਣਾ। ਜੇ ਜ਼ੀਰੋ ਆ ਤਾਂ ਨੋਨ ਜ਼ੀਰੋ ਬਣਾਓ, ਜੇ ਨੋਨ ਜ਼ੀਰੋ ਆ ਤਾਂ ਉਹਦੀ ਜਗ੍ਹਾ ਤੇ ਯੂਨਿਟੀ ਬਣਾਓ। ਯੂਨਿਟੀ ਬਣਾਉਣ ਦੇ 2 ਤਰੀਕੇ ਸੀ, ਜਾਂ ਤਾਂ ਨੀਚੇ ਕਿਸੇ ਰੋ ਕੋਲ ਯੂਨਿਟੀ ਇੰਟਰਚੇਂਜ ਕਰ ਲਓ, ਜਾਂ ਪਹਿਲੀ ਰੋ ਨੂੰ ਉਸੇ A11 ਤੇ ਡਿਵਾਈਡ ਕਰ ਲਓ। ਜਦੋਂ ਯੂਨਿਟੀ ਬਣ ਗਿਆ ਤਾਂ ਪਹਿਲੀ ਰੋ ਹੋਊਗੀ ਪਾਈਵਟ ਰੋ। ਹੁਣ ਪਹਿਲੀ ਰੋ ਨੂੰ ਸੂਟੇਬਲ ਐਲੀਮੈਂਟ ਨਾਲ ਮਲਟੀਪਲਾਈ ਕਰਕੇ ਬਾਕੀ ਰੋਜ਼ ਦੇ ਵਿੱਚੋਂ ਨੀਚੋਂ ਐਡ ਜਾਂ ਸਬਟਰੈਕਟ ਕਰੋ। ਓਏ ਇਹ ਪ੍ਰੋਸੈਸ ਆਉਂਦਾ ਸਾਰਿਆਂ ਨੂੰ? ਕਿਤੇ ਮੈਂ ਉਹੀ ਤਾਂ ਨਹੀਂ ਹਵਾ 'ਚ ਹੀ ਕਹੀ ਜਾਂਦਾ ਵੀ ਐਵੇਂ ਕਰ ਲਿਓ? ਆਉਂਦਾ ਨਾ? ਹਾਂ। ਉਸ ਤੋਂ ਬਾਅਦ ਸੈਕਿੰਡ ਡਾਇਗਨਲ ਐਲੀਮੈਂਟ ਵੱਲ ਜਾਓ, ਉਹਦੀ ਜਗ੍ਹਾ ਤੇ ਦੇਖੋ ਜ਼ੀਰੋ ਹੈ ਤਾਂ ਨੋਨ ਜ਼ੀਰੋ ਬਣਾਓ ਨੀਚੇ ਕਿਸੇ ਨੂੰ ਸ਼ਿਫਟ ਕਰਕੇ। ਜੇ ਨੋਨ ਜ਼ੀਰੋ ਹੈ ਤਾਂ ਉਹਦੀ ਜਗ੍ਹਾ ਤੇ 1 ਬਣਾਓ। ਜੇ ਨੀਚੇ ਕਿਸੇ ਕੋਲੇ 1 ਹੈ ਤਾਂ ਇੰਟਰਚੇਂਜ ਕਰ ਲਓ, ਅਦਰਵਾਈਜ਼ ਸੈਕਿੰਡ ਰੋ ਨੂੰ A22 ਨਾਲ ਡਿਵਾਈਡ ਕਰਕੇ 1 ਬਣਾਓ। ਫਿਰ ਉਸ ਤੋਂ ਬਾਅਦ ਉਹਦੇ ਨੀਚੇ ਤੇ ਉੱਪਰ ਜ਼ੀਰੋ ਬਣਾਓ। ਸੈਕਿੰਡ ਰੋ ਨੂੰ ਪਾਈਵਟ ਰੋ ਮੰਨ ਕੇ ਸੂਟੇਬਲ ਐਲੀਮੈਂਟ ਨਾਲ ਮਲਟੀਪਲਾਈ ਕਰਕੇ ਪਹਿਲੀ ਰੋ 'ਚ ਐਡ ਸਬਟਰੈਕਟ ਕਰ ਲਓ, ਤੀਜੀ ਰੋ 'ਚ ਐਡ ਸਬਟਰੈਕਟ ਕਰ ਲਓ। ਇਸੇ ਤਰੀਕੇ ਨਾਲ ਤੀਜੇ ਡਾਇਗਨਲ ਐਲੀਮੈਂਟ ਨਾਲ ਕੰਮ ਕਰਨਾ। ਠੀਕ ਹੈ? ਜੇ 2 ਜਾਂ 3 ਮੈਟ੍ਰਿਕਸ ਦੇਤੀਆਂ, ਉਹਨਾਂ ਤੇ ਰੈਂਕ ਮੈਥਡ ਫੋਲੋ ਕਰਨਾ। ਉਸ ਤੋਂ ਬਾਅਦ ਇਫ ਆਫਟਰ ਫੋਲੋ ਦਾ ਰੈਂਕ ਮੈਥਡ only all non-zero rows of equals of matrices then their row space are equal।
ਕੀ ਲਿਖਿਆ ਮੈਂ, ਜੇ ਦਿੱਤੀਆਂ ਹੋਈਆਂ ਮੈਟ੍ਰਿਸਿਸ ਤੇ ਰੈਂਕ ਮੈਥਡ ਫੋਲੋ ਕਰਨ ਤੋਂ ਬਾਅਦ, ਇਫ ਆਫਟਰ ਫੋਲੋਇੰਗ ਦਾ ਰੈਂਕ ਮੈਥਡ ਔਨ ਗਿਵਨ ਮੈਟ੍ਰਿਸਿਸ, ਜੇ ਦਿੱਤੀਆਂ ਹੋਈਆਂ ਮੈਟ੍ਰਿਸਿਸ ਤੇ ਰੈਂਕ ਮੈਥਡ ਫੋਲੋ ਕਰਨ ਤੋਂ ਬਾਅਦ ਉਹਨਾਂ ਦੀਆਂ ਨੌਨ ਜ਼ੀਰੋ ਰੋਜ਼ ਬਰਾਬਰ ਬਚਦੀਆਂ ਨੇ। ਧਿਆਨ ਨਾਲ ਸੁਣੋ ਮੈਂ ਕੀ ਕਹਿ ਰਿਹਾ, ਜੇ ਰੈਂਕ ਮੈਥਡ ਫੋਲੋ ਕਰਨ ਤੋਂ ਬਾਅਦ ਦਿੱਤੀਆਂ ਹੋਈਆਂ ਮੈਟ੍ਰਿਸਿਸ ਦੀਆਂ ਨੌਨ ਜ਼ੀਰੋ ਰੋਜ਼ ਬਰਾਬਰ ਬਚਦੀਆਂ ਨੇ, ਕਿਹੜੀਆਂ ਕਿਹੜੀਆਂ ਰੋਜ਼, ਨੌਨ ਜ਼ੀਰੋ ਰੋਜ਼ ਬਰਾਬਰ ਬਚਦੀਆਂ ਨੇ, ਤਾਂ ਉਹਨਾਂ ਦੀ ਰੋ ਸਪੇਸ ਸੇਮ ਹੈ। ਜ਼ੀਰੋ ਰੋਜ਼ ਛੱਡ ਦੋ, ਸਿਰਫ ਨੌਨ ਜ਼ੀਰੋ ਰੋਜ਼ ਦੇਖਣੀਆਂ ਨੇ। ਕਿਹੜੀਆਂ ਕਿਹੜੀਆਂ ਰੋਜ਼ ਦੇਖਣੀਆਂ ਨੇ, ਨੌਨ ਜ਼ੀਰੋ ਰੋਜ਼ ਦੇਖਣੀਆਂ ਨੇ। ਜੇ ਨੌਨ ਜ਼ੀਰੋ ਰੋਜ਼ ਬਰਾਬਰ ਬਚ ਗਈਆਂ ਤਾਂ ਉਹਨਾਂ ਦੀ ਰੋ ਸਪੇਸ ਸੇਮ ਹੈ। ਉਸ ਤੋਂ ਬਾਅਦ ਮੈਂ ਕੀ ਕਹਿ ਰਿਹਾ, ਇਫ ਵੀ ਹੈਵ ਟੂ ਚੈੱਕ ਦਾ ਕਾਲਮ ਸਪੇਸ ਦੈਨ ਫਸਟਲੀ ਚੈੱਕ ਰੋ ਸਪੇਸ। ਜੇ ਆਪਾਂ ਨੇ ਕਿਸੇ ਦੀ ਕਾਲਮ ਸਪੇਸ ਚੈੱਕ ਕਰਨੀ ਆ ਤਾਂ ਉਹਨਾਂ ਦਾ ਟਰਾਂਸਪੋਜ਼ ਕਰ ਦੋ। ਪਹਿਲਾ ਸਵਾਲ ਸੀਗਾ ਰੋ ਸਪੇਸ ਵਾਲਾ, ਰੋ ਸਪੇਸ ਵਾਲਾ ਤਾਂ ਸਮਝ ਗਏ। ਹੁਣ ਤੁਸੀਂ ਚੈੱਕ ਕਰਨੀ ਆ ਕਾਲਮ ਸਪੇਸ। ਜੇ ਮੈਂ ਦੂਜਾ ਸਵਾਲ ਸਮਝਾ ਰਿਹਾ ਅੱਜ ਦੇ ਟੌਪਿਕ ਦਾ, ਸੈਕਿੰਡ ਟੌਪਿਕ, ਜੇ ਕੁਝ ਮੈਟ੍ਰਿਸਿਸ ਦੀ ਕਾਲਮ ਸਪੇਸ ਚੈੱਕ ਕਰਨੀ ਆ ਤਾਂ ਤੁਸੀਂ ਪਹਿਲੇ ਨੰਬਰ ਤੇ ਦਿੱਤੀਆਂ ਹੋਈਆਂ ਮੈਟ੍ਰਿਸਿਸ ਦਾ ਟਰਾਂਸਪੋਜ਼ ਕਰ ਲਓ। ਸਭ ਤੋਂ ਪਹਿਲਾਂ ਹੀ ਕੀ ਕੰਮ ਕਰ ਲਓ, ਟਰਾਂਸਪੋਜ਼। ਹੁਣ ਉਹਨਾਂ ਦੇ ਟਰਾਂਸਪੋਜ਼ ਦੀ ਕਾਲਮ ਸਪੇਸ ਚੈੱਕ ਕਰ ਲਓ। ਕਾਲਮ ਸਪੇਸ ਕਿਵੇਂ ਚੈੱਕ ਕਰਨੀ ਆ, ਜਿਵੇਂ ਉੱਪਰ ਦੱਸਿਆ। ਜੇ ਕਾਲਮ ਸਪੇਸ ਚੈੱਕ ਕਰਨੀ ਆ ਤਾਂ ਪਹਿਲਾਂ ਟਰਾਂਸਪੋਜ਼ ਕਰ ਲਓ, ਟਰਾਂਸਪੋਜ਼ ਦੀ ਰੋ ਸਪੇਸ ਸੇਮ ਚੈੱਕ ਕਰ ਲਓ। ਜੇ ਟਰਾਂਸਪੋਜ਼ ਦੀ ਰੋ ਸਪੇਸ ਸੇਮ ਆ ਗਈ, ਜੇ ਟਰਾਂਸਪੋਜ਼ ਦੀ ਰੋ ਸਪੇਸ ਸੇਮ ਆ ਗਈ ਤਾਂ ਦਿੱਤੀਆਂ ਹੋਈਆਂ ਮੈਟ੍ਰਿਸਿਸ ਦੀ ਕਾਲਮ ਸਪੇਸ ਸੇਮ ਆ। ਜੇ ਟਰਾਂਸਪੋਜ਼ ਮੈਟ੍ਰਿਸਿਸ ਦੀ ਰੋ ਸਪੇਸ ਸੇਮ ਆ ਗਈ ਤਾਂ ਦਿੱਤੀਆਂ ਹੋਈਆਂ ਮੈਟ੍ਰਿਸਿਸ ਦੀ ਕਾਲਮ ਸਪੇਸ ਸੇਮ ਹੈ। ਬਸ ਅੱਜ ਦੇ ਇਹ ਦੋ ਸਵਾਲ ਨੇ ਆਪਣੇ, ਬਸ ਇੰਨਾ ਕੰਮ ਕਰਾਂਗੇ ਅੱਜ ਆਪਾਂ। ਹੁਣ ਮੈਂ ਇਹਦੇ ਨਾਲ ਦੀਆਂ ਐਗਜ਼ਾਮਪਲਸ ਕਰਵਾ ਰਿਹਾ ਪਹਿਲਾਂ ਤੁਹਾਨੂੰ। ਲਓ ਜੀ, ਐਗਜ਼ਾਮਿਨ ਕਰੋ ਰੋ ਸਪੇਸ ਆਫ ਦਾ ਫੋਲੋਇੰਗ ਮੈਟ੍ਰਿਸਿਸ A ਐਂਡ B। ਆਪਣੇ ਕੋਲੇ ਦੋ ਮੈਟ੍ਰਿਕਸ ਨੇਗੀਆਂ A ਅਤੇ B, ਇਹਨਾਂ ਦੀ ਆਪਾਂ ਨੇ ਕੀ ਦੇਖਣੀ ਆ, ਰੋ ਸਪੇਸ ਦੇਖਣੀ ਆ। ਪਹਿਲਾਂ ਤਾਂ A ਮੈਟ੍ਰਿਕਸ ਆ। ਹੁਣ A ਮੈਟ੍ਰਿਕਸ ਦਾ ਪਹਿਲਾ ਡਾਇਗਨਲ ਐਲੀਮੈਂਟ ਕੀ ਆ, ਨੌਨ ਜ਼ੀਰੋ ਆ ਨਾ, ਇਹਦੀ ਜਗ੍ਹਾ ਤੇ ਜ਼ੀਰੋ ਬਣਾਉਣ ਦੀ ਲੋੜ ਨਹੀਂ। ਹੁਣ ਇਹਦੀ ਜਗ੍ਹਾ ਤੇ ਯੂਨਿਟੀ ਆਪਣੇ ਆਪ ਹੀ ਆ, ਇਹਦੀ ਜਗ੍ਹਾ ਤੇ 1 ਬਣਾਉਣ ਦੀ ਲੋੜ ਨਹੀਂ। ਇਹਦਾ ਮਤਲਬ ਸਿੱਧੇ ਦਾ ਸਿੱਧਾ ਪਹਿਲੀ ਰੋ ਨੂੰ ਆਪਾਂ ਕੀ ਕਹਿ ਦਾਂਗੇ, ਪਾਈਵਟ ਰੋ ਜਾਂ ਚਾਬੀ ਵਾਲੀ ਰੋ, ਕੀ ਰੋ। ਹੁਣ ਆਪਾਂ ਇਹਦੇ ਨੀਚੇ ਦੋ ਥਾਵਾਂ ਤੇ ਜ਼ੀਰੋ ਬਣਾਉਣਾ। ਆਪਰੇਸ਼ਨ ਤੁਸੀਂ ਸੋਚ ਸਮਝ ਕੇ ਲਗਾਉਣੇ ਆ। ਇਹਨੂੰ 2 ਨਾਲ ਮਲਟੀਪਲਾਈ ਕਰਕੇ ਇੱਥੇ ਮਾਈਨਸ ਕਰ ਦਿਓ, ਆਪਣੇ ਆਪ ਜ਼ੀਰੋ ਬਣ ਜਾਊਗਾ। ਇਹੀ ਆਪਰੇਸ਼ਨ ਲਿਖ ਦਿਓ, R2 ਇਕੁਅਲਸ ਟੂ R2 ਮਾਈਨਸ 2 ਟਾਈਮਸ R1। ਇਹਨੂੰ 3 ਨਾਲ ਮਲਟੀਪਲਾਈ ਕਰਕੇ ਇੱਥੇ ਮਾਈਨਸ ਕਰ ਦਿਓ, R3 ਇਕੁਅਲਸ ਟੂ 3 ਟਾਈਮਸ R1। ਜੇ ਇੱਥੇ 7 ਪਿਆ ਹੁੰਦਾ ਤਾਂ 7 ਨਾਲ ਮਲਟੀਪਲਾਈ ਕਰਕੇ ਮਾਈਨਸ ਕਰ ਦੇ। ਜੇ ਇੱਥੇ ਮਾਈਨਸ ਦਾ 5 ਪਿਆ ਹੁੰਦਾ ਤਾਂ ਇਹਨੂੰ 5 ਨਾਲ ਮਲਟੀਪਲਾਈ ਕਰਕੇ ਐਡ ਕਰ ਦੇ। ਇਹ ਸੂਟੇਬਲ ਆਪਰੇਸ਼ਨ ਹੁੰਦੇ ਨੇ, ਇਹ ਤਾਂ ਦੇਖ ਕੇ ਲਗਾਉਣੇ ਪੈਂਦੇ ਨੇ। ਸਮਝ ਪਈ ਤਾਂ ਪਤਾ ਨਾ ਸਾਰਿਆਂ ਨੂੰ। ਲਓ ਹੁਣ ਆਪਾਂ ਆਪਰੇਸ਼ਨ ਲਗਾਈਏ। ਨੈਕਸਟ ਮੈਟ੍ਰਿਕਸ ਜਿਹੜੀ ਆ ਮੈਂ ਤੁਹਾਨੂੰ ਦੱਸਦਾ ਆ ਰਿਹਾ ਸ਼ੁਰੂ ਤੋਂ ਹੀ, ਇੱਥੇ ਇਕੁਇਵਲੈਂਟ ਦਾ ਸਿੰਬਲ ਪਾ ਕੇ ਨੈਕਸਟ ਮੈਟ੍ਰਿਕਸ ਲਿਖਣੀ ਆ। ਸਭ ਤੋਂ ਪਹਿਲਾਂ ਕਿਹੜੀ ਰੋ ਲਿਖਣੀ ਹੁੰਦੀ ਆ, ਪਾਈਵਟ ਰੋ, ਕਿਉਂਕਿ ਪਾਈਵਟ ਰੋ ਤੇ ਕੋਈ ਆਪਰੇਸ਼ਨ ਨਹੀਂ ਲੱਗਦਾ, ਪਾਈਵਟ ਰੋ ਸੇਮ ਰਹਿੰਦੀ ਹੁੰਦੀ ਆ। ਤਾਂ 1 2 -1 -3 ਸੇਮ ਆ ਗਈ। ਹੁਣ ਆਪਾਂ ਇਹਨੂੰ 2 ਤੇ ਮਲਟੀਪਲਾਈ ਕਰਕੇ ਚੋਂ ਘਟਾਇਆ ਸੀ, ਇੱਥੇ 0 ਆ ਗਿਆ। ਇਹਨੂੰ 2 ਤੇ ਮਲਟੀਪਲਾਈ ਕੀਤਾ 4, ਇਹ ਚੋਂ ਮਾਈਨਸ ਕੀਤਾ 4 ਚੋਂ 4 0 ਆ ਗਿਆ। ਇਹਨੂੰ 2 ਤੇ ਮਲਟੀਪਲਾਈ ਕੀਤਾ -2, ਜਦੋਂ ਮਾਈਨਸ ਕਰਾਂਗੇ +2 ਹੋ ਕੇ ਇੱਥੇ ਕਿੰਨਾ ਬਣ ਗਿਆ, 3 3। ਇਹਨੂੰ 2 ਤੇ ਮਲਟੀਪਲਾਈ ਕੀਤਾ 6, ਇਹਦੇ ਵਿੱਚੋਂ ਮਾਈਨਸ ਕੀਤਾ ਮਾਈਨਸ ਦੇ 8 ਬਣ ਗਏ। ਫਿਰ ਇਹਨੂੰ 3 ਤੇ ਮਲਟੀਪਲਾਈ ਕੀਤਾ, ਇੱਥੋਂ ਮਾਈਨਸ ਕੀਤਾ 0, ਇੱਥੇ ਆ ਜਾਓ ਜੇ ਤੁਹਾਨੂੰ ਨਹੀਂ ਦਿਖਦਾ। ਇਹਨੂੰ 3 ਤੇ ਮਲਟੀਪਲਾਈ ਕੀਤਾ 6, ਇਹ ਚੋਂ ਮਾਈਨਸ ਕੀਤਾ 0 ਆ ਗਿਆ। ਇਹਨੂੰ 3 ਤੇ ਮਲਟੀਪਲਾਈ ਕੀਤਾ -3, ਜਦੋਂ ਮਾਈਨਸ ਕਰਾਂਗੇ ਪਲੱਸ ਦਾ 3 ਹੋ ਕੇ ਇੱਥੇ 6 ਬਣ ਗਿਆ। ਜਦੋਂ ਇਹਨੂੰ 3 ਤੇ ਮਲਟੀਪਲਾਈ ਕੀਤਾ 9, ਇਹ ਚੋਂ ਮਾਈਨਸ ਕਰਾਂਗੇ ਮਾਈਨਸ ਦੇ 9 ਮਾਈਨਸ ਦੇ 7 ਮਾਈਨਸ ਦੇ 16 ਬਣ ਗਏ। ਹੁਣ ਪਹਿਲੀ ਰੋ ਦਾ ਪਹਿਲਾ ਡਾਇਗੋਨਲ ਐਲੀਮੈਂਟ 1 ਬਣ ਕੇ ਨੀਚੇ 0 ਆ ਗਿਆ। ਹੁਣ ਦੂਜੀ ਰੋ ਦਾ ਦੂਜਾ ਐਲੀਮੈਂਟ 0 ਆ ਨਾ, ਇਹਦੀ ਜਗ੍ਹਾ ਤੇ ਨੌਨ ਜ਼ੀਰੋ ਬਣਾਉਣਾ, ਨੀਚੇ ਸ਼ਿਫਟ ਕਰ ਲਈਦਾ ਹੁੰਦਾ, ਨੀਚੇ ਵੀ 0 ਆ। ਕੱਲ ਸਪੈਸ਼ਲ ਕੇਸ ਦੱਸਿਆ ਸੀ, ਇਹਦੇ ਰਾਈਟ ਤੇ ਚਲੇ ਜਾਣਾ। ਹੁਣ ਇਹਦੇ ਰਾਈਟ ਤੇ ਜਿਹੜਾ ਵੀ ਐਲੀਮੈਂਟ ਆ ਇਹਨੂੰ ਕੀ ਮੰਨਣਾ,
A22 ਸੈਕੰਡ ਡਾਇਗਨਲ ਐਲੀਮੈਂਟ ਸਮਝ ਕੇ ਸੈਕੰਡ ਡਾਇਗਨਲ ਐਲੀਮੈਂਟ ਵਾਂਗ ਵਤੀਰਾ ਕਰਨਾ, ਇਹਦੇ ਨਾਲ ਵਿਵਹਾਰ ਕਰਨਾ। ਹੁਣ ਇਹਦੇ ਹੀ ਜਗ੍ਹਾ ਤੇ ਨॉन ਜ਼ੀਰੋ ਆ ਨਾ, ਜ਼ੀਰੋ ਤਾਂ ਬਣਾਉਣ, ਜ਼ੀਰੋ ਤਾਂ ਹੈ ਨਹੀਂਗਾ, ਨੀਚੇ ਕਿਸੇ ਕੋਲੇ 1 ਹੈ ਨਹੀਂ, ਤਾਂ ਇਹਦੀ ਜਗ੍ਹਾ ਤੇ 1 ਬਣਾਉਣ ਦੇ ਲਈ ਕੀ ਕੰਮ ਕਰਨਾ ਪਊਗਾ, ਦੂਜੀ ਰੋ ਨੂੰ 3 ਤੇ ਡਿਵਾਈਡ ਕਰ ਦਾਂਗੇ, ਤਾਂ ਦੂਜੀ ਰੋ ਇਕੁਅਲਸ ਟੂ ਦੂਜੀ ਰੋ ਨੂੰ 3 ਤੇ ਡਿਵਾਈਡ ਕਰ ਲਓ। ਜਦੋਂ ਆਪਾਂ ਦੂਜੀ ਰੋ ਨੂੰ 3 ਤੇ ਡਿਵਾਈਡ ਕੀਤੇ, ਇੱਥੇ 1 ਬਣ ਗਿਆ, ਤਾਂ ਹੁਣ ਇਹ ਰੋ ਕੀ ਬਣ ਜੂਗੀ ਆਪਣੀ, ਪਾਈਵਟ ਰੋ। ਜਦੋਂ ਆਪਣੀ ਇਹ ਰੋ ਪਾਈਵਟ ਰੋ ਬਣ ਗਈ, ਇਹਦੇ ਉੱਪਰ 0 ਬਣਾਉਣ ਦੇ ਲਈ ਆਪਾਂ ਕੀ ਆਪਰੇਸ਼ਨ ਲਾਵਾਂਗੇ ਕਿ ਪਹਿਲੀ ਰੋ ਬਰਾਬਰ ਹੈ ਪਹਿਲੀ ਰੋ ਪਲੱਸ ਦੂਜੀ ਰੋ, ਇੱਥੇ ਲਿਖਤਾ, ਠੀਕ ਹੈ, ਮੈਂ ਲਿਖਿਆ ਨਹੀਂ, ਮੈਂ ਐਵੇਂ ਹੀ ਚਲਾਤਾ ਕੰਮ। ਫਿਰ ਤੀਜੀ ਰੋ ਬਰਾਬਰ ਹੈ ਤੀਜੀ ਰੋ ਦੇ ਵਿੱਚ ਆਪਾਂ ਇਹਨੂੰ 6 ਤੇ ਮਲਟੀਪਲਾਈ ਕਰਕੇ ਮਾਈਨਸ ਕਰ ਦਾਂਗੇ। ਸੋ ਨੈਕਸਟ ਮੈਟ੍ਰਿਕਸ ਦੇ ਲਈ ਇੱਥੇ ਇਕੁਇਵਲੈਂਟ ਦਾ ਸਿੰਬਲ ਪਾਤਾ, ਠੀਕ ਹੈ। ਤੇ ਪਹਿਲਾਂ ਤਾਂ ਆਪਾਂ ਕਿਹੜੀ ਰੋ ਲਿਖਾਂਗੇ, ਪਾਈਵਟ ਰੋ, ਤਾਂ ਪਾਈਵਟ ਰੋ ਲਿਖਤੀ 0 0 1 ਤੇ -8/3। ਹੁਣ ਇਹਨੂੰ ਉੱਪਰ ਐਡ ਕਰਨਾ ਸੀ, 0 ਤੇ 1 ਦਾ ਐਡ ਕੀਤਾ 1 ਹੀ ਆ, 0 ਤੇ 2 ਐਡ ਕਰਾਂਗੇ 2 ਆ, 1 ਤੇ -1 ਐਡ ਕਰਾਂਗੇ। ਅੱਛਾ ਮੈਂ ਉੱਪਰ ਨਹੀਂ 0 ਬਣਾਇਆ, ਮੈਂ ਨੀਚੇ 0 ਬਣਾਇਆ ਇਕੱਲਾ। R3 ਇਕੁਅਲਸ ਟੂ R3 - 6 ਟਾਈਮਸ R2, ਇਹਨੂੰ 6 ਨਾਲ ਮਲਟੀਪਲਾਈ ਕਰਕੇ ਇੱਥੇ ਮਾਈਨਸ ਕਰਤਾ, ਇਹਨੂੰ 6 ਨਾਲ ਮਲਟੀਪਲਾਈ ਕਰਕੇ ਮਾਈਨਸ ਕਰਾਂਗੇ 0 ਹੀ ਆ, ਇਹਨੂੰ 6 ਨਾਲ ਮਲਟੀਪਲਾਈ ਕਰਕੇ ਮਾਈਨਸ ਕਰਾਂਗੇ 0 ਹੀ ਆ, ਇਹਨੂੰ 6 ਨਾਲ ਮਲਟੀਪਲਾਈ ਕਰਕੇ ਮਾਈਨਸ ਕਰਾਂਗੇ 0 ਹੀ ਆ, ਇਹਨੂੰ 6 ਨਾਲ ਮਲਟੀਪਲਾਈ ਕਰਾਂਗੇ ਕਿੰਨਾ ਆ ਜਾਊਗਾ, 3 2 ਜਾਂ 6 8 2 ਜਾਂ 16, 16 ਚੋਂ 16 ਮਾਈਨਸ ਕੀਤੇ 0 ਆ 0 ਰੋ ਛੱਡਤੀ, ਆ ਨॉन ਜ਼ੀਰੋ ਰੋਜ਼ ਬਾਕੀ ਬਚ ਗਈਆਂ, ਕਿਹਦੀਆਂ ਨੇ ਇਹ, A ਮੈਟ੍ਰਿਕਸ ਦੀਆਂ ਨॉन ਜ਼ੀਰੋ ਰੋਜ਼ ਨੇ। A ਮੈਟ੍ਰਿਕਸ ਦੀਆਂ ਰੈਂਕ ਮੈਥਡ ਨੂੰ ਫੋਲੋ ਕਰਨ ਤੋਂ ਬਾਅਦ ਬਾਕੀ ਬਚਦੀਆਂ ਨॉन ਜ਼ੀਰੋ ਰੋਜ਼ ਨੇ, ਇਹਨੂੰ ਅਲੱਗ ਤੋਂ ਕਿਤੇ ਲਿਖ ਲਾਂਗੇ, ਜੇ ਲਿਖਣੀਆਂ ਨੇ ਮੈਂ ਇੱਥੇ ਲਿਖ ਦਿੰਦਾ। A ਮੈਟ੍ਰਿਕਸ ਕਿਹਦੇ ਇਕੁਇਵਲੈਂਟ ਬਚੀ ਸੀਗੀ, 1 2 -1 ਅਤੇ 3, 0 0 1 ਤੇ -8/3, 0 0 0 0, ਇਹਨੂੰ ਅਲੱਗ ਲਿਖ ਲੈਂਦੇ ਆ। ਹੁਣ ਆਪਾਂ ਚੱਲਦੇ ਹਾਂ ਦੂਜੀ ਮੈਟ੍ਰਿਕਸ ਵੱਲ। ਹੁਣ ਨਾ ਉਹ B ਮੈਟ੍ਰਿਕਸ ਕਿਹੜੀ ਦਿੱਤੀ ਹੋਈ ਹੈ, ਇੱਕ 2x2 ਦੀ ਮੈਟ੍ਰਿਕਸ ਦਿੱਤੀ ਹੋਈ ਆ, ਇਹ ਆਪਣੇ ਕੋਲ 3x3 ਦੀ ਸੀ, ਇਹ ਆਪਣੇ ਕੋਲ 2x2 ਦੀ ਮੈਟ੍ਰਿਕਸ ਆ, ਕੋਈ ਇਸ਼ੂ ਨਹੀਂ। ਇਹਦਾ ਪਹਿਲਾ ਡਾਇਗਨਲ ਐਲੀਮੈਂਟ ਆਪਣੇ ਕੋਲ ਨॉन ਜ਼ੀਰੋ ਆ, ਓਕੇ, ਇਹ ਯੂਨਿਟੀ ਵੀ ਆ, ਓਕੇ, ਇਹਨੂੰ 1 ਬਣਾਉਣ ਦੀ ਲੋੜ ਨਹੀਂ। ਹੁਣ ਆਪਾਂ ਪਹਿਲੀ ਰੋ ਨੂੰ ਪਾਈਵਟ ਰੋ ਮੰਨ ਲਿਆ, ਹੁਣ ਆਪਾਂ ਇਹਨੂੰ 2 ਤੇ ਮਲਟੀਪਲਾਈ ਕਰਕੇ ਇੱਥੇ ਮਾਈਨਸ ਕਰ ਦਾਂਗੇ, ਇਹਨੂੰ 2 ਤੇ ਮਲਟੀਪਲਾਈ ਕਰਕੇ ਮਾਈਨਸ ਕੀਤਾ 0 ਆ ਗਿਆ, ਇਹਨੂੰ 2 ਤੇ ਮਲਟੀਪਲਾਈ ਕਰਕੇ ਮਾਈਨਸ ਕਰਾਂਗੇ 0 ਆ ਗਿਆ, ਇਹਨੂੰ 2 ਤੇ ਮਲਟੀਪਲਾਈ ਕਰਾਂਗੇ ਮਾਈਨਸ ਦੇ 8 ਬਣ ਗਏ, ਜਦੋਂ ਇੱਥੇ ਮਾਈਨਸ ਕਰਾਂਗੇ ਪਲੱਸ ਦੇ 8, -5 + 8 ਕਰਾਂਗੇ 3 ਬਾਕੀ ਬਚ ਗਿਆ, ਜਦੋਂ ਇਹਨੂੰ 2 ਤੇ ਮਲਟੀਪਲਾਈ ਕਰਾਂਗੇ 22, ਜਦੋਂ ਇੱਥੇ ਐਡ ਕਰਾਂਗੇ ਸੌਰੀ ਮਾਈਨਸ ਕਰਾਂਗੇ ਤਾਂ ਮਾਈਨਸ ਦੇ 8 ਬਚ ਗਏ। ਬਸ ਇਹਦੇ ਕੋਲੇ ਕੀ ਸੀਗਾ, ਇਹਦੇ ਕੋਲੇ ਕੀ ਹੈ, ਹੁਣ ਧਿਆਨ ਨਾਲ ਕੰਪੇਅਰ ਕਰੋ, ਇਹਦਾ ਕੀ ਫਰਕ ਬਾਕੀ ਬਚਦਾ। ਚਲੋ ਇਹਦੇ ਕੋਲੇ 2 ਰੋ ਸੀਗੀਆਂ, ਪਹਿਲੀ ਰੋ ਕਿਹੜੀ ਆ, 0 2 -1 ਅਤੇ 3। ਨਾਓ ਨੰਬਰ ਆਫ ਨॉन ਜ਼ੀਰੋ ਰੋਜ਼ ਆਰ ਇਕੁਅਲ ਮੈਟ੍ਰਿਸਿਸ ਆਫ A ਐਂਡ B, ਇਹਨਾਂ ਦੇ ਰੈਂਕ ਤਾਂ ਇਕੁਅਲ ਆ ਗਏ, ਕਿਉਂਕਿ ਇਹਦੇ ਨॉन ਜ਼ੀਰੋ ਰੋਜ਼ ਕਿੰਨੀਆਂ ਨੇਗੀਆਂ, 2, ਇਹਦੀਆਂ ਨॉन ਜ਼ੀਰੋ ਰੋਜ਼ ਕਿੰਨੀਆਂ ਨੇ, 2, ਇਹਦਾ ਮਤਲਬ ਇਹਨਾਂ ਦੇ ਰੈਂਕ ਤਾਂ ਬਰਾਬਰ ਆ ਗਏ, ਇਹਨਾਂ ਦੇ ਰੈਂਕ ਤਾਂ ਬਰਾਬਰ ਆ ਗਏ। ਨਾਓ ਟੂ ਚੈੱਕ ਦਾ ਇਕੁਐਲਿਟੀ ਆਫ ਦੀਅਰ ਰੋ ਸਪੇਸਿਸ, ਫਸਟਲੀ ਵੀ ਹੈਵ ਟੂ ਚੈੱਕ ਦਾ ਆਫਟਰ ਫਰਦਰ ਕੈਲਕੂਲੇਸ਼ਨਸ ਸੂਟੇਬਲ ਆਪਰੇਸ਼ਨ, ਰੋ ਆਪਰੇਸ਼ਨ ਲਾਵਾਂਗੇ। ਹੁਣ ਇਹਨਾਂ ਤੇ ਸੂਟੇਬਲ ਰੋ ਆਪਰੇਸ਼ਨ ਲਾਉਣੇ ਆ ਆਪਾਂ ਅਲੱਗ ਤੋਂ ਨਾ, A ਅਤੇ B ਮੈਟ੍ਰਿਕਸ ਬਾਕੀ ਬਚਦੀਆਂ A ਅਤੇ B ਮੈਟ੍ਰਿਕਸ ਲਿਖ ਲਈਆਂ, A ਮੈਟ੍ਰਿਕਸ ਲਿਖ ਲਈ, B ਮੈਟ੍ਰਿਕਸ ਲਿਖ ਲਈ, A ਮੈਟ੍ਰਿਕਸ ਬਾਕੀ ਬਚਦੀ ਆ ਸੀ, B ਮੈਟ੍ਰਿਕਸ ਬਾਕੀ ਬਚਦੀ ਆ ਸੀਗੀ, ਕੀ ਫਰਕ ਪੈਂਦਾ ਵੀ, R1 ਕੀ, R1 ਦੇ ਵਿੱਚ ਜੇ ਆਪਾਂ R2 ਐਡ ਕਰ ਦਈਏ, ਜੇ ਆਪਾਂ ਪਹਿਲੀ ਗੱਲ ਤਾਂ A ਅਤੇ B ਸਿੱਧੇ ਰੂਪ ਚ ਬਰਾਬਰ ਨਹੀਂ ਬਚਦੀਆਂ, ਸਿੱਧੇ ਰੂਪ ਚ ਬਰਾਬਰ ਨਹੀਂ ਬਚਦੀਆਂ, ਕੁਝ ਕੁ ਹੋਰ ਸੂਟੇਬਲ ਆਪਰੇਸ਼ਨ ਲਾ ਕੇ ਦੇਖੀਏ। ਜੇ ਆਪਾਂ ਪਹਿਲੀ ਗੱਲ ਤਾਂ ਇਹਦੇ ਦੇਖਣ ਔਰ ਇਹਦੇ ਦੇਖਣ ਚ ਕੁਝ ਕੁ ਫਰਕ ਨਜ਼ਰ ਆ ਰਿਹਾ, ਜੇ ਆਪਾਂ ਇਸ ਰੋ ਨੂੰ ਇੱਥੇ ਐਡ ਕਰ ਦਈਏ 0 ਤੇ 1,
1 ਹੀ ਆ, 0 ਤੇ 2 2 ਹੀ ਆ 3 ਤੇ -4 ਮਾਈਨਸ ਦੇ 1 ਦੇ ਬਰਾਬਰ ਆ ਜਾਊਗਾ, ਆ -8 ਤੇ 11 3 ਦੇ ਬਰਾਬਰ ਆ ਜਾਊਗਾ। ਠੀਕ ਹੈ, ਸੋ ਇਹਦੇ ਵਿੱਚ ਪਹਿਲੀ ਰੋ ਦੇ ਬਰਾਬਰ ਬਣ ਜਾਊਗੀ, ਬਰਾਬਰ ਬਣ ਗਈ। ਹੋਰ ਕੋਈ ਫਰਕ? ਇਹਦੀ ਦੂਜੀ ਰੋ ਕੀ ਸੀ 0 0 1 ਤੇ -8/3 ਸੀ, ਇੱਥੇ 8/-3 ਦੀ ਲੋੜ ਹੈ, ਇਹਦਾ ਮਤਲਬ ਦੂਜੀ ਰੋ ਨੂੰ ਕਿੰਨੇ ਤੇ ਡਿਵਾਈਡ ਕਰਨਾ ਪਊਗਾ 3 ਤੇ, ਤਾਂ ਦੂਜੀ ਰੋ ਨੂੰ ਆਪਾਂ 3 ਤੇ ਡਿਵਾਈਡ ਕਰ ਦਿੰਦੇ ਆ। ਹੁਣ ਇਹ ਰੋ ਅਤੇ A ਦੀ ਰੋ ਆਪਸ ਦੇ ਵਿੱਚ ਬਰਾਬਰ ਬਾਕੀ ਬਚ ਗਈ। ਕੁਝ ਕੁ ਸੂਟੇਬਲ ਵਾਧੂ ਆਪਰੇਸ਼ਨ ਲਾਉਣ ਤੋਂ ਬਾਅਦ ਜੇ ਐਕਸਟਰਾ ਕੰਮ ਕਰਨ ਤੋਂ ਬਾਅਦ ਵੀ ਨਹੀਂ ਬਰਾਬਰ ਆ ਰਹੀਆਂ, ਫਿਰ ਸਮਝ ਲਓ ਇਹਨਾਂ ਦੀ ਰੋ ਸਪੇਸ ਕਾਲਮ ਸਪੇਸ ਬਰਾਬਰ ਨਹੀਂ ਹੈਗੀ। ਠੀਕ ਹੈ, ਤਾਂ ਹੁਣ ਇੱਥੇ ਕੀ ਹੈ, ਨਾਓ ਰਿਮੇਨਿੰਗ ਨॉन ਜ਼ੀਰੋ ਰੋਜ਼ ਆਫ A ਮੈਟ੍ਰਿਕਸ A ਐਂਡ B ਬਿਕਮਸ ਇਕੁਅਲ। ਹੁਣ A ਅਤੇ B ਦੀਆਂ ਬਾਕੀ ਬਚਦੀਆਂ ਰੋਜ਼ ਨੇ ਜਿਹੜੀਆਂ ਬਰਾਬਰ ਆ ਰਹੀਆਂ ਨੇ, ਤਾਂ ਇਹਦਾ ਮਤਲਬ ਇਹਨਾਂ ਦੀ ਰੋ ਸਪੇਸ ਹੈ ਜਿਹੜੀ ਉਹ ਸੇਮ ਆ, ਰੈਂਕ ਵੀ ਸੇਮ ਆ, ਰੋ ਸਪੇਸ ਵੀ ਸੇਮ ਆ। ਲਓ ਜੀ, ਇੰਨਾ ਕੁ ਕੰਮ ਸੀਗਾ ਮੇਰੇ ਸਮਝਾਉਣ ਵਾਲਾ। ਹੁਣ ਇਹ ਤੋਂ ਬਾਅਦ ਆਪਾਂ ਮੰਡੇ ਨੂੰ ਕਲਾਸ ਲਾਵਾਂਗੇ, ਉਦੋਂ ਆਪਾਂ ਬੁੱਕ ਤੋਂ ਸਟਾਰਟ ਕਰਾਂਗੇ ਕੰਮ, ਪਰ ਰੋ ਸਪੇਸ ਵਾਲੇ ਸਵਾਲ ਮੈਂ ਬੁੱਕ ਤੋਂ ਕਰਾ ਦਿੰਦਾ। ਹੋਰ ਬੈਠੇ ਰਹੋ, 5-7 ਮਿੰਟ ਹੋਰ ਲਗਾਵਾਂਗੇ ਆਪਾਂ। ਹਾਂਜੀ ਮਿਸਤਰੀ ਜੀ, ਕੀ ਹਾਲ ਹੈ ਜੀ? ਬਸ ਮੈਂ 5-7 ਮਿੰਟ ਲਾਉਣਾ ਜੀ, ਕਲਾਸ ਪੂਰੀ ਕਰਨਾ ਜੀ। ਪਰਮਜੀਤ ਸਰ ਨੂੰ ਮਿਲ ਕੇ ਉਹਨੂੰ ਮਿਲ ਲਓ, ਚਾਹੇ ਮੈਂ 5-7 ਮਿੰਟ ਲਾਉਂ, ਮੈਂ 5-7 ਮਿੰਟ ਹੀ ਲਾਉਂਗਾ। ਰਾਜੇ ਦਰਵਾਜ਼ਾ ਲਾ ਦੇ ਮਾੜਾ ਜਿਹਾ, ਐਵੇਂ ਨਹੀਂ। ਆ ਦੇਖੋ, ਜਿਵੇਂ ਆ ਕੁਐਸਚਨ ਆ ਗਿਆ, ਡਿਟਰਮਾਈਨ ਵੈਦਰ ਦਾ ਫੋਲੋਇੰਗ ਮੈਟ੍ਰਿਕਸ ਹੈਵ ਦਾ ਸੇਮ ਰੋ ਸਪੇਸ। 3 ਮੈਟ੍ਰਿਕਸ ਦੇ ਦੀਆਂ, ਤਿੰਨਾਂ ਦੀ ਰੋ ਸਪੇਸ ਸੇਮ ਚੈੱਕ ਕਰਨੀ ਹੈ। ਮੈਂ ਹੁਣ ਸਾਹਮਣੇ ਨਹੀਂ ਕਰਾਉਂਦਾ, ਮੈਂ ਆਊਟਲਾਈਨ ਜੀ ਦੱਸੂਗਾ। ਪਹਿਲਾਂ ਤਾਂ ਆਪਾਂ ਨੇ A ਦੇ ਉੱਤੇ ਰੋ ਸਪੇਸ ਸੇਮ ਲਗਾ, A ਦੇ ਉੱਪਰ ਰੈਂਕ ਮੈਥਡ ਫੋਲੋ ਕਰ ਲਿਆ। ਠੀਕ ਹੈ, A ਕਿਹਦੇ ਇਕੁਇਵਲੈਂਟ ਬਚ ਗਈ ਉਹ ਨੋਟ ਕਰ ਲਿਆ। A ਕਿਹਦੇ ਇਕੁਇਵਲੈਂਟ ਬਚ ਰਹੀ ਆ 1 0 1 0 1 3 ਦੇ। ਉਸ ਤੋਂ ਬਾਅਦ B ਕਿਹਦੇ ਇਕੁਇਵਲੈਂਟ ਬਚਦੀ ਆ ਉਹ ਨੋਟ ਕਰ ਲੈਂਦੇ ਆ। B ਕਿਹਦੇ ਇਕੁਇਵਲੈਂਟ ਬਚ ਰਹੀ ਆ 1 0 2 ਦੇ ਅਤੇ 0 1 3 ਦੇ। C ਕਿਹਦੇ ਇਕੁਇਵਲੈਂਟ ਬਚਦੀ ਆ, C ਦੇ ਉੱਤੇ ਰੈਂਕ ਮੈਥਡ ਫੋਲੋ ਕੀਤਾ। C ਇਕੁਇਵਲੈਂਟ ਬਚ ਰਹੀ ਆ 1 0 2 0 1 3 ਅਤੇ 0 0 0 ਦੇ। ਹੁਣ A ਦੀ ਰੈਂਕ A ਬਚ ਰਿਹਾ 0 1 0, ਇਹਦੇ ਵਿੱਚ ਤਾਂ 0 1 0 ਆਇਆ ਹੀ ਨਹੀਂ, ਸੋ ਆ B ਅਤੇ C ਸੇਮ ਬਚ ਰਹੀਆਂ ਨੇ, ਕਿਉਂਕਿ ਜੇ ਆਪਾਂ 0 ਨੂੰ ਛੱਡ ਦਈਏ 0 1 0 0 1 2 1 0 2 1 0 2 0 1 3 0 1 3, ਸੋ ਕਿਹਦੀ ਰੋ ਸਪੇਸ ਸੇਮ ਆ ਰਹੀ ਆ B ਅਤੇ C ਦੀ। A ਨੂੰ ਛੱਡ ਕੇ B ਅਤੇ C ਦੀ ਰੋ ਸਪੇਸ ਸੇਮ ਆ ਰਹੀ ਹੈ ਤਿੰਨ ਦੇ ਵਿੱਚੋਂ। ਇਹਦੇ ਵਿੱਚ ਵੀ ਦੁਬਾਰਾ ਇਹਦੇ ਵਿੱਚ ਕੀ ਆ ਗਿਆ, ਫਾਈਂਡ ਕਰੋ ਫੋਲੋਇੰਗ ਮੈਟ੍ਰਿਸਿਸ ਦੀ ਸੇਮ ਕਾਲਮ ਸਪੇਸ। ਹੁਣ ਕਾਲਮ ਸਪੇਸ ਚੈੱਕ ਕਰਨੀ ਆ। ਕਾਲਮ ਸਪੇਸ ਵਾਲੇ ਸਵਾਲ ਦੇ ਵਿੱਚ ਤੁਹਾਨੂੰ ਕੀ ਦੱਸਿਆ ਸੀ, ਤੁਸੀਂ A ਅਤੇ B ਦਾ ਟਰਾਂਸਪੋਜ਼ ਕਰ ਲੈਣਾ ਪਹਿਲਾਂ। ਸੋ A ਮੈਟ੍ਰਿਕਸ ਦੇਤੀ, ਆਪਾਂ ਨੇ A ਦਾ ਟਰਾਂਸਪੋਜ਼ ਕਰ ਲਿਆ, A ਦੇ ਟਰਾਂਸਪੋਜ਼ ਤੇ ਰੈਂਕ ਮੈਥਡ ਫੋਲੋ ਕਰ ਲਿਆ, ਤਾਂ ਆਪਾਂ ਨੇ A ਦਾ ਟਰਾਂਸਪੋਜ਼ ਆ ਜਿਹੜਾ ਉਹ ਦੇਖ ਲੈਣਾ ਕਿਹਦੇ ਇਕੁਇਵਲੈਂਟ ਬਚ ਰਿਹਾ। A ਦਾ ਟਰਾਂਸਪੋਜ਼ ਬਚ ਰਿਹਾ 1 0 3 0 1 2 -2 ਅਤੇ 0 0 0। ਫਿਰ B ਦਾ ਟਰਾਂਸਪੋਜ਼ ਆ ਜਿਹੜਾ ਉਹ ਦੇਖ ਲੈਂਦੇ ਆ ਕਿਹਦੇ ਇਕੁਇਵਲੈਂਟ ਬਚਦਾ। ਪਹਿਲਾਂ B ਮੈਟ੍ਰਿਕਸ ਦਿੱਤੀ ਹੋਈ ਆ, B ਦਾ ਟਰਾਂਸਪੋਜ਼ ਕਰ ਲਿਆ, B ਦਾ ਜਿਹੜਾ ਮੈਂ ਟਰਾਂਸਪੋਜ਼ ਆ ਉਹ ਕਿਹਦੇ ਇਕੁਅਲ ਬਚ ਰਿਹਾ 1 0 3 0 1 -2 0 0 0। 0 ਰੋ ਨੂੰ ਛੱਡ ਕੇ ਬਾਕੀ ਇਹਨਾਂ ਦਾ 1 0 3 1 0 3 0 1 -2 0 1 -2। ਇਹਦਾ ਮਤਲਬ A ਟਰਾਂਸਪੋਜ਼ ਅਤੇ B ਟਰਾਂਸਪੋਜ਼ ਦੀ ਰੋ ਸਪੇਸ ਸੇਮ ਹੈ। ਆਪਾਂ ਤਾਂ ਰੋ ਆਪਰੇਸ਼ਨ ਲਾਏ ਨੇ ਨਾ,
ਜੇ ਰੋ ਆਪਰੇਸ਼ਨ ਲਾਏ ਨੇ ਤਾਂ ਰੋ ਸਪੇਸ ਸੇਮ ਆ। ਆਪਾਂ ਨੇ ਕੀ ਪ੍ਰੂਵ ਕੀਤਾ, A ਟਰਾਂਸਪੋਜ਼ ਅਤੇ B ਟਰਾਂਸਪੋਜ਼ ਦੀ ਰੋ ਸਪੇਸ ਸੇਮ ਆ। ਦੈਟ ਮੀਨਸ A ਅਤੇ B ਦੀ ਕਾਲਮ ਸਪੇਸ ਸੇਮ ਹੋਗੀ। ਇਹ ਉਲਟ ਰਿਲੇਸ਼ਨਸ਼ਿਪ ਆ। ਜੇ A ਅਤੇ B ਦੀ ਰੋ ਸਪੇਸ ਸੇਮ ਆ ਤਾਂ ਉਹਨਾਂ ਦੇ ਟਰਾਂਸਪੋਜ਼ ਦੀ ਕਾਲਮ ਸਪੇਸ ਸੇਮ ਆ। ਜੇ ਉਹਨਾਂ ਦੇ ਟਰਾਂਸਪੋਜ਼ ਦੀ ਰੋ ਸਪੇਸ ਸੇਮ ਆ ਤਾਂ A ਅਤੇ B ਦੀ ਕਾਲਮ ਸਪੇਸ ਸੇਮ ਆ। ਤਾਂ ਲਾਸਟ ਤੇ ਕੀ ਲਿਖਾਂਗੇ, row space of A transpose and B transpose are same, therefore column space of A and B are same। ਉਸ ਤੋਂ ਬਾਅਦ ਆ ਕੱਲ ਵਾਲੀ ਸਵਾਲ ਲੈਗੇ ਤੁਹਾਡੇ UVW, ਤੁਸੀਂ ਚੈੱਕ ਕਰਨਾ ਵੀ ਇਹ ਡਿਪੈਂਡੈਂਟ ਨੇ, ਜਿਹੜਾ ਵੀ ਕੋਈ ਰਿਲੇਸ਼ਨਸ਼ਿਪ ਇਹਨਾਂ ਦਾ ਪ੍ਰੂਵ ਕਰਨਾ। ਇਹਦੇ ਨਾਲ ਦੇ ਕੁਐਸਚਨ ਆਪਾਂ ਮੰਡੇ ਦੀ ਕਲਾਸ 'ਚ ਕਰਾਂਗੇ। ਇਹਨੂੰ ਕਲੋਜ਼ ਕਰ ਦਿਓ।